ਸ੍ਰੀ ਅਕਾਲ। ਮੈਂ ਸੁਸ਼ੀਲ ਤੁਹਾਡਾ ਚੌਧਰੀ ਅਕੈਡਮੀ ਦੇ ਵਿੱਚ ਸਵਾਗਤ ਕਰਦਾ ਹਾਂ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਇੰਡੀਅਨ ਪੋਲਿਟੀ ਦੇ ਕੁਝ ਮਹੱਤਵਪੂਰਨ ਕੁਐਸਚਨ ਜੋ ਕਿ ਤੁਹਾਡੇ ਆਉਣ ਵਾਲੇ ਪੰਜਾਬ ਦੇ ਸਾਰੇ ਪੇਪਰਾਂ ਲਈ ਬਹੁਤ ਹੀ ਜ਼ਰੂਰੀ ਹਨ। ਇਸ ਤੋਂ ਇਲਾਵਾ ਮੈਂ ਕਈ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕੀਤੀਆਂ ਹੋਈਆਂ ਹਨ। ਜਿਨ੍ਹਾਂ ਨੇ ਮੇਰੀਆਂ ਪਿਛਲੀ ਵੀਡੀਓ ਨਹੀਂ ਦੇਖੀਆਂ ਉਹ ਮੇਰੇ ਚੈਨਲ 'ਤੇ ਜਾ ਕੇ ਪਿਛਲੀ ਵੀਡੀਓ ਜ਼ਰੂਰ ਦੇਖ ਲੈਣ। ਅੱਜ ਦਾ ਪਹਿਲਾ ਕੁਐਸਚਨ ਹੈ, ਦੇਸ਼ ਦਾ ਸਭ ਤੋਂ ਉੱਚਾ ਕਾਨੂੰਨ ਕਿਹੜਾ ਹੈ? ਭਾਰਤੀ ਦੰਡ ਸੰਹਿਤਾ, ਭਾਰਤੀ ਸੰਵਿਧਾਨ, ਸਿਵਲ ਪ੍ਰੋਸੀਜਰ ਕੋਡ, ਕ੍ਰਿਮੀਨਲ ਪ੍ਰੋਸੀਜਰ ਕੋਡ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਭਾਰਤੀ ਸੰਵਿਧਾਨ। ਭਾਰਤ ਦਾ ਸੰਵਿਧਾਨ ਇਹਨਾਂ ਦੁਆਰਾ ਤਿਆਰ ਕੀਤਾ ਗਿਆ ਸੀ। ਯੋਜਨਾ ਕਮਿਸ਼ਨ, ਸੰਵਿਧਾਨ ਸਭਾ, ਰਾਸ਼ਟਰਪਤੀ ਵਰਕਿੰਗ ਕਮੇਟੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਸੰਵਿਧਾਨ ਸਭਾ। ਭਾਰਤੀ ਸੰਵਿਧਾਨ ਨੂੰ ਅਪਣਾਇਆ ਗਿਆ ਸੀ 26 ਜਨਵਰੀ 1950, 26 ਜਨਵਰੀ 1946, 26 ਨਵੰਬਰ 1949, 31 ਦਸੰਬਰ 1949। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, 26 ਨਵੰਬਰ 1949। ਭਾਰਤੀ ਸੰਵਿਧਾਨ ਲਾਗੂ ਹੋਇਆ 26 ਜਨਵਰੀ 1950, 26 ਜਨਵਰੀ 1952, 15 ਅਗਸਤ 1948, 31 ਨਵੰਬਰ 1949। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, 26 ਜਨਵਰੀ 1950। ਜਨਵਰੀ ਨੂੰ ਸੰਵਿਧਾਨ ਦੇ ਉਦਘਾਟਨ ਦੀ ਮਿਤੀ ਵਜੋਂ ਚੁਣਿਆ ਗਿਆ ਕਿਉਂਕਿ ਇਸ ਨੂੰ ਸ਼ੁਭ ਦਿਨ ਮੰਨਿਆ ਜਾਂਦਾ ਸੀ। ਉਸੇ ਦਿਨ 1942 ਵਿੱਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਸੀ। ਕਾਂਗਰਸ ਨੇ ਇਸ ਨੂੰ 1930 ਵਿੱਚ ਸੁਤੰਤਰਤਾ ਦਿਵਸ ਵਜੋਂ ਮਨਾਇਆ ਸੀ। ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਕਾਂਗਰਸ ਨੇ ਇਸ ਨੂੰ 1930 ਵਿੱਚ ਸੁਤੰਤਰਤਾ ਦਿਵਸ ਵਜੋਂ ਮਨਾਇਆ ਸੀ। ਭਾਰਤ ਦਾ ਸੰਵਿਧਾਨ ਦਿਵਸ ਨੂੰ ਹੈ 26 ਜਨਵਰੀ, 23 ਜੂਨ, 15 ਅਗਸਤ, 26 ਨਵੰਬਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, 26 ਨਵੰਬਰ। ਭਾਰਤ ਦਾ ਮੂਲ ਸੰਵਿਧਾਨ ਕਿੱਥੇ ਪ੍ਰਕਾਸ਼ਿਤ ਹੋਇਆ ਸੀ? ਦਿੱਲੀ, ਸ਼੍ਰੀਨਗਰ, ਅਜਮੇਰ, ਦੇਹਰਾਦੂਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਦੇਹਰਾਦੂਨ। ਭਾਰਤੀ ਸੰਵਿਧਾਨ ਕਿੰਨੇ ਸ਼ਬਦਾਂ ਦਾ ਬਣਿਆ ਹੈ? 40,000, 60,000, 80,000, 1,20,000। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, 80,000। ਵਿਸ਼ਵ ਦੇ ਕਿਸੇ ਵੀ ਪ੍ਰਭੂਸੱਤਾ ਸੰਪੰਨ ਦੇਸ਼ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਕਿਸ ਦੇਸ਼ ਦਾ ਸੰਵਿਧਾਨ ਹੈ? ਰੂਸ, ਯੂਨਾਈਟਿਡ ਕਿੰਗਡਮ, ਅਮਰੀਕਾ, ਭਾਰਤ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਭਾਰਤ। ਸੰਵਿਧਾਨ ਬਣਾਉਣ ਵਾਲਾ ਪਹਿਲਾ ਦੇਸ਼ ਹੈ? ਭਾਰਤ, ਇੰਗਲੈਂਡ, ਅਮਰੀਕਾ, ਸ਼੍ਰੀਲੰਕਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਅਮਰੀਕਾ। ਭਾਰਤ ਦਾ ਮੂਲ 1950 ਦਾ ਸੰਵਿਧਾਨ ਵਿੱਚ ਸੁਰੱਖਿਅਤ ਹੈ? ਰਾਸ਼ਟਰਪਤੀ ਹਾਊਸ, ਪ੍ਰਧਾਨ ਮੰਤਰੀ ਹਾਊਸ, ਸੰਸਦ ਭਵਨ, ਭਾਰਤੀ ਪੁਰਾਤਨ ਸਰਵੇਖਣ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਸੰਸਦ ਭਵਨ। ਖਰੜਾ ਕਮੇਟੀ ਨੇ ਭਾਰਤੀ ਸੰਵਿਧਾਨ ਕਿਸ ਭਾਸ਼ਾ ਵਿੱਚ ਲਿਖਿਆ ਸੀ? ਅੰਗਰੇਜ਼ੀ ਅਤੇ ਹਿੰਦੀ, ਸਿਰਫ ਅੰਗਰੇਜ਼ੀ,
ਅੰਗਰੇਜ਼ੀ ਅਤੇ ਉਰਦੂ। ਅੰਗਰੇਜ਼ੀ, ਹਿੰਦੀ ਅਤੇ ਉਰਦੂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਸਿਰਫ ਅੰਗਰੇਜ਼ੀ। ਰਾਸ਼ਟਰੀ ਝੰਡੇ ਦਾ ਪਹੀਆ ਕੀ ਦਰਸਾਉਂਦਾ ਹੈ? ਗਤੀ, ਸੱਚ, ਵਾਧਾ, ਭਵਿੱਖ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਸੱਚ। ਭਾਰਤ ਦੇ ਰਾਸ਼ਟਰੀ ਝੰਡੇ ਵਿੱਚ ਅਸ਼ੋਕ ਚੱਕਰ ਇੱਕ ਸਕੋਪ ਵਾਲਾ ਚੱਕਰ ਹੈ। 8, 12, 16, 24। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, 24। ਆਜ਼ਾਦ ਭਾਰਤ ਵਿੱਚ ਹੇਠ ਲਿਖੇ ਵਿੱਚੋਂ ਪਹਿਲਾ ਵਿੱਤ ਮੰਤਰੀ ਕੌਣ ਸੀ? ਆਰ ਕੇ ਸਨਮੁਖਨ ਛੇਟੀ, ਲਿਆਕਤ ਅਲੀ ਖਾਨ, ਜੋਹਨ ਮੈਥਾਈ, ਸਤਿਆ ਨਾਰਾਇਣ ਸਿਨਹਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਆਰ ਕੇ ਸਨਮੁਖਨ ਚੇਟੀ। ਹੇਠਾਂ ਦਿੱਤੀਆਂ ਧਾਰਾਵਾਂ ਵਿੱਚੋਂ ਕਿਹੜੀ ਧਾਰਾ 26 ਨਵੰਬਰ 1949 ਨੂੰ ਲਾਗੂ ਹੋਈ, ਜਿਸ ਦਿਨ ਭਾਰਤੀ ਸੰਵਿਧਾਨ ਅਪਣਾਇਆ ਗਿਆ ਸੀ? ਧਾਰਾ 388, ਧਾਰਾ 390, ਧਾਰਾ 387, ਧਾਰਾ 346। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਧਾਰਾ 388। ਭਾਰਤ ਸੰਪੂਰਨ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਕਦੋਂ ਬਣਿਆ? 26 ਜਨਵਰੀ 1949, 26 ਨਵੰਬਰ 1951, 26 ਨਵੰਬਰ 1930, 26 ਨਵੰਬਰ 1949। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, 26 ਨਵੰਬਰ 1949। ਹੇਠ ਦਿੱਤੇ ਦੇਸ਼ ਵਿੱਚੋਂ ਕਿਸ ਦਾ ਇੱਕ ਗੈਰ ਲਿਖਿਤ ਸੰਵਿਧਾਨ ਹੈ? ਅਮਰੀਕਾ, ਯੂਕੇ, ਪਾਕਿਸਤਾਨ, ਭਾਰਤ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਯੂਕੇ। ਸਰਕਾਰ ਦਾ ਇੱਕ ਸਾਰ ਰੂਪ ਉਹ ਹੁੰਦਾ ਹੈ ਜਿਸ ਵਿੱਚ ਸਾਰੀਆਂ ਸ਼ਕਤੀਆਂ ਹੱਥਾਂ ਵਿੱਚ ਕੇਂਦਰਿਤ ਹੁੰਦੀਆਂ ਹਨ। ਸਥਾਨਕ ਸਰਕਾਰ, ਕੇਂਦਰ ਸਰਕਾਰ, ਸੂਬਾਈ ਸਰਕਾਰ, ਪੰਚਾਇਤਾਂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਕੇਂਦਰ ਸਰਕਾਰ। ਦੱਖਣੀ ਪ੍ਰਣਾਲੀ ਸਰਕਾਰ ਦੇ ਹੇਠ ਲਿਖੇ ਰੂਪਾਂ ਵਿੱਚੋਂ ਕਿਸ ਦੀ ਵਿਸ਼ੇਸ਼ਤਾ ਹੈ? ਸੰਸਦੀ ਪ੍ਰਣਾਲੀ, ਰਾਸ਼ਟਰਪਤੀ ਪ੍ਰਣਾਲੀ, ਫੈਡਰਲ ਸਿਸਟਮ, ਇਕਸਾਰ ਪ੍ਰਣਾਲੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਫੈਡਰਲ ਸਿਸਟਮ। ਸੱਤਾ ਦੀ ਵੰਡ ਅਤੇ ਨਿਆਂਪਾਲਿਕਾ ਦੀ ਸੁਤੰਤਰਤਾ ਦੇ ਮਹੱਤਵਪੂਰਨ ਵਿਸ਼ੇਸ਼ਤਾਵਾਂ ਹਨ। ਸਰਕਾਰ ਦਾ ਜਮਹੂਰੀ ਚਰਿੱਤਰ, ਸਰਕਾਰ ਦਾ ਸੰਘੀ ਚਰਿੱਤਰ, ਸਰਕਾਰ ਦਾ ਸਮਾਜਵਾਦੀ ਚਰਿੱਤਰ, ਸਰਕਾਰ ਦਾ ਇਕਸਾਰ ਅੱਖਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਸਰਕਾਰ ਦਾ ਸੰਘੀ ਚਰਿੱਤਰ। ਸੰਘੀ ਸਰਕਾਰ ਦੇ ਰੂਪ ਵਿੱਚ ਗੰਭੀਰ ਨੁਕਸ ਹੈ। ਵੱਖਵਾਦ ਦੀ ਧਮਕੀ, ਤਾਨਾਸ਼ਾਹੀ ਸ਼ਾਸਨ, ਸਥਾਨਕ ਮੁੱਦਿਆਂ ਪ੍ਰਤੀ ਅਣਜਾਣਤਾ, ਅਕੁਸ਼ਲ ਪ੍ਰਸ਼ਾਸਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਵੱਖਵਾਦ ਦੀ ਧਮਕੀ। ਹੇਠਾਂ ਵਿੱਚੋਂ ਕਿਸ ਵਿੱਚ ਦੋਹਰੀ ਨਾਗਰਿਕਤਾ ਦੀ ਵਿਸ਼ੇਸ਼ਤਾ ਹੈ? ਇਕਸਾਰ ਸਰਕਾਰ, ਫੈਡਰਲ ਸਰਕਾਰ, ਸੰਸਦੀ ਸਰਕਾਰ, ਰਾਸ਼ਟਰਪਤੀ ਸ਼ਾਸਨ ਵਾਲੀ ਸਰਕਾਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਫੈਡਰਲ ਸਰਕਾਰ। ਏਕਾਤਮਕ ਸ਼ਾਸਨ ਪ੍ਰਣਾਲੀ ਦਾ ਫਾਇਦਾ ਹੈ? ਹੋਰ ਅਨੁਕੂਲਤਾ, ਮਜ਼ਬੂਤ ਰਾਜ, ਲੋਕਾਂ ਦੀ ਵੱਧ ਤੋਂ ਵੱਧ ਸਹੂਲੀਅਤ, ਤਾਨਾਸ਼ਾਹੀ ਦੀ ਘੱਟ ਸੰਭਾਵਨਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਮਜ਼ਬੂਤ ਰਾਜ। ਸੰਵਿਧਾਨ ਵਿੱਚ
ਕੰਪੋਜਿਟ ਇੰਡੀਆ ਦਾ ਵਰਣਨ ਕਿਸ ਰੂਪ ਵਿੱਚ ਕੀਤਾ ਗਿਆ ਹੈ? ਇੱਕ ਯੂਨੀਅਨ ਰਾਜ, ਅਰਧ ਸੰਘੀ ਰਾਜਾਂ ਅਤੇ ਪ੍ਰਦੇਸ਼ਾਂ ਦਾ ਸੰਘ, ਪਾਰਟੀ ਏਕਤਾ ਅਤੇ ਆਂਸ਼ਕ ਤੌਰ 'ਤੇ ਸੰਧੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਇੱਕ ਯੂਨੀਅਨ ਰਾਜ। ਹੇਠਾਂ ਵਿੱਚੋਂ ਕਿਹੜਾ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ? ਸਰਕਾਰ ਦਾ ਸੰਸਦੀ ਰੂਪ, ਨਿਆਂਪਾਲਿਕਾ ਦੀ ਸੁਤੰਤਰਤਾ, ਸਰਕਾਰ ਦਾ ਰਾਸ਼ਟਰਪਤੀ ਰੂਪ, ਫੈਡਰਲ ਸਰਕਾਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਸਰਕਾਰ ਦਾ ਰਾਸ਼ਟਰਪਤੀ ਰੂਪ। ਸਰਕਾਰਾਂ ਦੇ ਏਕਤਾ ਅਤੇ ਸੰਘੀ ਵਰਗੀਕਰਨ ਦਾ ਆਧਾਰ ਕੀ ਹੈ? ਵਿਧਾਨ ਸਭਾ ਅਤੇ ਕਾਰਜਪਾਲਿਕਾ ਵਿਚਕਾਰ ਸੰਬੰਧ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚਕਾਰ ਸੰਬੰਧ, ਕੇਂਦਰ ਅਤੇ ਰਾਜਾਂ ਵਿਚਕਾਰ ਸੰਬੰਧ, ਸਰਕਾਰ ਦੇ ਵਿਧਾਨਪਾਲਿਕਾ, ਕਾਰਜਕਾਰੀ ਅਤੇ ਨਿਆਇਕ ਵਿੰਗਾਂ ਵਿਚਕਾਰ ਸੰਬੰਧ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਕੇਂਦਰ ਅਤੇ ਰਾਜਾਂ ਵਿਚਕਾਰ ਸੰਬੰਧ। ਭਾਰਤੀ ਸੰਵਿਧਾਨ ਹੈ ਸੰਘੀ, ਅਰਧ ਸੰਘੀ, ਇਕਸਾਰ ਰਾਸ਼ਟਰਪਤੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਅਰਧ ਸੰਘੀ। ਨਿਮਨਲਿਖਤ ਵਿੱਚੋਂ ਕਿਹੜਾ ਸੰਸਦੀ ਸਰਕਾਰ ਦੀ ਪ੍ਰਣਾਲੀ ਦਾ ਅਟਲ ਗੁਣ ਹੈ? ਸੰਵਿਧਾਨ ਦੀ ਲਚਕਤਾ, ਕਾਰਜਕਾਰੀ ਅਤੇ ਵਿਧਾਨ ਮੰਡਲ ਦਾ ਸੰਯੋਜਨ, ਨਿਆਇਕ ਸਰਵਉੱਚਤਾ, ਸੰਸਦੀ ਪ੍ਰਭੂਸੱਤਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਕਾਰਜਕਾਰੀ ਅਤੇ ਵਿਧਾਨ ਮੰਡਲ ਦਾ ਸੰਯੋਜਨ। ਜਮਹੂਰੀ ਸਮਾਜਵਾਦ ਦਾ ਉਦੇਸ਼ ਹੈ ਸ਼ਾਂਤਮਈ ਢੰਗਾਂ ਰਾਹੀਂ ਸਮਾਜਵਾਦ ਨੂੰ ਲਿਆਉਣਾ, ਹਿੰਸਕ ਅਤੇ ਸ਼ਾਂਤਮਈ ਢੰਗਾਂ ਰਾਹੀਂ ਸਮਾਜਵਾਦ ਨੂੰ ਲਿਆਉਣਾ, ਹਿੰਸਕ ਤਰੀਕਿਆਂ ਰਾਹੀਂ ਸਮਾਜਵਾਦ ਨੂੰ ਲਿਆਉਣਾ, ਜਮਹੂਰੀ ਤਰੀਕਿਆਂ ਰਾਹੀਂ ਸਮਾਜਵਾਦ ਨੂੰ ਲਿਆਉਣਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਜਮਹੂਰੀ ਤਰੀਕਿਆਂ ਰਾਹੀਂ ਸਮਾਜਵਾਦ ਨੂੰ ਲਿਆਉਣਾ। ਹੇਠਾਂ ਦੇ ਕਿਹੜੇ ਨਿਰਣੇ ਨੇ ਕਿਹਾ ਕਿ ਧਰਮ ਨਿਰਪੱਖਤਾ ਅਤੇ ਸੰਘਵਾਦ ਭਾਰਤੀ ਸੰਵਿਧਾਨ ਦੀਆਂ ਬੁਨਿਆਦੀ ਵਿਸ਼ੇਸ਼ਤਾਵਾਂ ਹਨ? ਕੇਸ਼ਵਾਨੰਦ ਭਾਰਤੀ ਕੇਸ, ਐਸ.ਆਰ. ਬੋਮੇਈ ਕੇਸ, ਇੰਦਰਾ ਸਾਹਨੀ ਕੇਸ, ਮਿਨਰਾ ਮਿਲਜ਼ ਕੇਸ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਐਸ.ਆਰ. ਬੋਮੇਈ ਕੇਸ। ਲੋਕਤੰਤਰੀ ਪ੍ਰਣਾਲੀ ਲਈ ਹੇਠ ਲਿਖੇ ਤੱਤਾਂ ਵਿੱਚੋਂ ਕਿਹੜਾ ਤੱਤ ਜ਼ਰੂਰੀ ਹੈ? ਆਜ਼ਾਦ ਅਤੇ ਨਿਰਪੱਖ ਚੋਣ, ਮੌਕੇ ਦੀ ਸਮਾਨਤਾ, ਅਧਿਕਾਰਾਂ ਦੀ ਸੁਰੱਖਿਆ, ਇਹ ਸਾਰੇ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਇਹ ਸਾਰੇ। ਨਿਮਨਲਿਖਤ ਵਿੱਚੋਂ ਕਿਹੜਾ ਦੇਸ਼ ਸੰਘੀ ਸਰਕਾਰ ਦਾ ਆਨੰਦ ਮਾਣਦਾ ਹੈ? ਚੀਨ, ਅਮਰੀਕਾ, ਕਿਊਬਾ, ਬੈਲਜੀਅਮ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਅਮਰੀਕਾ। ਇਹ ਘੋਸ਼ਣਾ ਕਿ ਲੋਕਤੰਤਰ ਲੋਕਾਂ ਦੀ ਸਰਕਾਰ ਹੈ ਲੋਕਾਂ ਦੁਆਰਾ ਲੋਕਾਂ ਲਈ ਬਣਾਈ ਗਈ। ਇਬਰਾਹਿਮ ਕਲਿੰਟਨ, ਜਾਰਜ ਵਾਸ਼ਿੰਗਟਨ, ਥੀਓਡਰ ਰੂਜ਼ਵੈਲਟ, ਵਾਸ਼ਿੰਗਟਨ ਚਰਚਿਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਇਬਰਾਹਿਮ ਕਲਿੰਟਨ। ਰਾਸ਼ਟਰਪਤੀ ਸਰਕਾਰ ਇਹਨਾਂ ਸਿਧਾਂਤਾਂ 'ਤੇ ਕੰਮ ਕਰਦੀ ਹੈ: ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ, ਸ਼ਕਤੀਆਂ ਦਾ ਕੇਂਦਰੀਕਰਨ, ਸ਼ਕਤੀਆਂ ਦਾ ਸੰਤੁਲਨ, ਸ਼ਕਤੀਆਂ ਦਾ ਵੱਖ ਹੋਣਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਸ਼ਕਤੀਆਂ ਦਾ ਵੱਖ ਹੋਣਾ। ਇੱਕ ਸੰਘੀ ਸਰਕਾਰ ਵਿੱਚ ਰਾਜਾਂ ਨੂੰ ਆਨੰਦ ਮਿਲਦਾ ਹੈ: ਮੂਲ ਸ਼ਕਤੀਆਂ, ਕੇਂਦਰ ਵੱਲੋਂ ਸੌਂਪੀਆਂ ਗਈਆਂ ਸ਼ਕਤੀਆਂ, ਸੰਵਿਧਾਨ ਦੁਆਰਾ
ਦਿੱਤੀਆਂ ਗਈਆਂ ਸ਼ਕਤੀਆਂ ਲੋਕਾਂ ਵੱਲੋਂ ਦਿੱਤੀਆਂ ਸ਼ਕਤੀਆਂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਸੰਵਿਧਾਨ ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ। ਸਰਕਾਰ ਦੀ ਕੈਬਨਿਟ ਪ੍ਰਣਾਲੀ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਹੈ ਵਿਅਕਤੀਗਤ ਜ਼ਿੰਮੇਵਾਰੀ, ਸਮੂਹਿਕ ਜ਼ਿੰਮੇਵਾਰੀ, ਕਿਸੇ ਦੀ ਜ਼ਿੰਮੇਵਾਰੀ ਨਹੀਂ, ਗੈਰ ਜ਼ਿੰਮੇਵਾਰੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਸਮੂਹਿਕ ਜ਼ਿੰਮੇਵਾਰੀ। ਰਾਸ਼ਟਰਪਤੀ ਸਰਕਾਰ ਵਿੱਚ ਰਾਸ਼ਟਰਪਤੀ ਹੁੰਦਾ ਹੈ ਵਿਧਾਨ ਸਭਾ ਦਾ ਸੁਤੰਤਰ, ਵਿਧਾਨ ਸਭਾ 'ਤੇ ਨਿਰਭਰ, ਨਿਆਂਪਾਲਿਕਾ 'ਤੇ ਨਿਰਭਰ, ਮੰਤਰੀ ਮੰਡਲ ਦੀ ਸਲਾਹ ਨਾਲ ਬਣੇ ਹੋਏ ਹਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਵਿਧਾਨ ਸਭਾ ਦਾ ਸੁਤੰਤਰ। ਸਰਕਾਰ ਦੀ ਰਾਸ਼ਟਰਪਤੀ ਪ੍ਰਣਾਲੀ ਦੇ ਅਧੀਨ ਕਾਰਜਕਾਰੀ ਦੇ ਮੈਂਬਰ ਵਿਧਾਨ ਸਭਾ ਦੇ ਦੋਵਾਂ ਸਦਨਾਂ ਤੋਂ ਖਿੱਚੇ ਗਏ ਹਨ, ਸਿਰਫ ਪ੍ਰਸਿੱਧ ਹਾਊਸ ਦੇ ਰੂਪ ਵਿੱਚ ਹਨ। ਵਿਧਾਨ ਸਭਾ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ। ਆਪਣੀ ਨਿਯੁਕਤੀ ਤੋਂ ਬਾਅਦ ਵਿਧਾਨ ਸਭਾ ਦੇ ਮੈਂਬਰ ਬਣੋ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਵਿਧਾਨ ਸਭਾ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ। ਵਿਅਕਤੀ ਬਦਲ ਸਕਦੇ ਹਨ ਪਰ ਨਿਯਮ ਨਹੀਂ ਬਦਲਣੇ ਚਾਹੀਦੇ ਦਾ ਸਿਧਾਂਤ ਹੈ ਪੂਰਨ ਰਾਜਸ਼ਾਹੀ, ਸੰਵਿਧਾਨਿਕ ਸਰਕਾਰ, ਅਨਲਿਖਤ ਸੰਵਿਧਾਨ, ਗਣਰਾਜ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਸੰਵਿਧਾਨਿਕ ਸਰਕਾਰ। ਇੱਕ ਵਾਰ ਸਪੀਕਰ ਹਮੇਸ਼ਾ ਸਪੀਕਰ ਹੁੰਦਾ ਹੈ ਦੀ ਕਨਵੈਨਸ਼ਨ ਦਾ ਪਾਲਣ ਕੀਤਾ ਜਾਂਦਾ ਹੈ ਯੂਕੇ, ਅਮਰੀਕਾ, ਫਰਾਂਸ, ਭਾਰਤ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਯੂਕੇ। ਭਾਰਤ ਲਈ ਸੰਘੀ ਢਾਂਚੇ ਨੂੰ ਸਭ ਤੋਂ ਪਹਿਲਾਂ ਇਹਨਾਂ ਦੁਆਰਾ ਪੇਸ਼ ਕੀਤਾ ਗਿਆ ਸੀ ਐਕਟ 1909, ਐਕਟ 1919, ਐਕਟ 1935, ਐਕਟ 1947। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਐਕਟ 1935। ਨਿਮਨਲਿਖਤ ਵਿੱਚੋਂ ਕਿਸ ਨੂੰ ਲੋਕਤੰਤਰ ਨਹੀਂ ਮੰਨਿਆ ਜਾਂਦਾ ਹੈ? ਅਮਰੀਕਾ, ਨਾਰਵੇ, ਭਾਰਤ, ਚੀਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਚੀਨ। ਸਿਧਾਂਤ ਅਤੇ ਵਿਵਹਾਰ ਵਿੱਚ ਇੱਕ ਵੱਡਾ ਅੰਤਰ ਹੈ। ਸਰਕਾਰ ਦਾ ਰਾਸ਼ਟਰਪਤੀ ਰੂਪ, ਸਰਕਾਰ ਦਾ ਫਾਂਸੀਵਾਦੀ ਰੂਪ, ਸਰਕਾਰ ਦਾ ਸੰਸਦੀ ਰੂਪ, ਸਰਕਾਰ ਦਾ ਸਮਾਜਵਾਦੀ ਰੂਪ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਸਰਕਾਰ ਦਾ ਸੰਸਦੀ ਰੂਪ। ਨਿਮਨਲਿਖਤ ਵਿੱਚੋਂ ਕਿਹੜੀ ਸਰਕਾਰ ਦੇ ਰਾਸ਼ਟਰਪਤੀ ਰੂਪ ਦੀ ਵਿਸ਼ੇਸ਼ਤਾ ਹੈ? ਇਹ ਲੋਕਾਂ ਦੀ ਆਜ਼ਾਦੀ ਦੀ ਰੱਖਿਆ ਕਰਦਾ ਹੈ। ਇਹ ਨੀਤੀਆਂ ਦੇ ਤੇਜ਼ੀ ਨਾਲ ਅਮਲ ਨੂੰ ਯਕੀਨੀ ਬਣਾਉਂਦਾ ਹੈ। ਫਿਕਸ ਟਰਮ ਸਿਸਟਮ ਨੂੰ ਸਥਿਰ ਕਰਦਾ ਹੈ। ਇਹ ਸਾਰੇ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਇਹ ਸਾਰੇ। ਪਹਿਲੀ ਕੇਂਦਰੀ ਵਿਧਾਨ ਸਭਾ ਦਾ ਗਠਨ ਕਦੋਂ ਕੀਤਾ ਗਿਆ ਸੀ? 1922, 1923, 1921, 1920। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, 1921। ਕੇਂਦਰੀ ਵਿਧਾਨ ਸਭਾ ਦਾ ਪਹਿਲਾ ਭਾਰਤੀ ਪ੍ਰਧਾਨ ਕੌਣ ਸੀ? ਸਚਿਦਾਨੰਦ ਸਿਨਹਾ, ਜੀ.ਬੀ. ਮਲਾਂਕਰ, ਵਿਠਲ ਭਾਈ ਪਟੇਲ, ਰਜਿੰਦਰ ਪ੍ਰਸਾਦ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਵਿਠਲ ਭਾਈ ਪਟੇਲ। ਸਥਾਨਕ ਸ਼ਾਸਨ ਦੀ ਨੀਂਹ ਹੈ ਕੁਲੀਨ ਸਿਸਟਮ, ਧਰਮ ਨਿਰਪੱਖ ਰਾਜ, ਲੋਕਤੰਤਰ, ਰਿਜ਼ਰਵੇਸ਼ਨ। ਇਸ ਦਾ ਸਹੀ ਆਨਸਰ ਹੋਏਗਾ
ਆਪਸ਼ਨ ਨੰਬਰ ਸੀ ਲੋਕਤੰਤਰ। ਪ੍ਰਭੂ ਸੱਤਾ ਸੰਪੰਨ ਸੰਸਦ ਦਾ ਯੋਗਦਾਨ ਹੈ ਇੰਗਲੈਂਡ, ਭਾਰਤ, ਫਰਾਂਸ, ਜਾਪਾਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ ਇੰਗਲੈਂਡ। ਭਾਰਤੀ ਸੰਵਿਧਾਨ ਦੇ ਮੌਲਿਕ ਅਧਿਕਾਰ ਹੇਠ ਲਿਖੇ ਵਿੱਚੋਂ ਕਿਸ ਦੇਸ਼ ਤੋਂ ਲਏ ਗਏ ਹਨ? ਅਮਰੀਕਾ, ਯੂਕੇ, ਸੋਵੀਅਤ ਰੂਸ। ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ ਅਮਰੀਕਾ। ਤਾਂ ਇਹ ਸਨ ਅੱਜ ਇੰਡੀਅਨ ਪੋਲਿਟੀ ਦੇ ਕੁਝ ਮਹੱਤਵਪੂਰਨ ਕੁਐਸਚਨ ਜੋ ਕਿ ਤੁਹਾਡੇ ਆਉਣ ਵਾਲੇ ਪੰਜਾਬ ਦੇ ਸਾਰੇ ਪੇਪਰਾਂ ਲਈ ਬਹੁਤ ਹੀ ਜ਼ਰੂਰੀ ਸਨ। ਮੈਂ ਆਸ਼ਾ ਕਰਦਾ ਹਾਂ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਕਿੱਦਾਂ ਦੀ ਕਲਾਸ ਮੈਨੂੰ ਜ਼ਰੂਰ ਕਮੈਂਟ ਕਰਿਓ। ਮੇਰੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇਸ ਤੋਂ ਇਲਾਵਾ ਮੈਂ ਕਈ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕੀਤੀਆਂ ਹੋਈਆਂ ਹਨ। ਜਿਨ੍ਹਾਂ ਨੇ ਮੇਰੀਆਂ ਪਿਛਲੀ ਵੀਡੀਓ ਨਹੀਂ ਦੇਖੀਆਂ ਉਹ ਮੇਰੇ ਚੈਨਲ 'ਤੇ ਜਾ ਕੇ ਪਿਛਲੀ ਵੀਡੀਓ ਜ਼ਰੂਰ ਦੇਖ ਲੈਣ। ਅਤੇ ਹੁਣ ਮੈਨੂੰ ਦਿਓ ਇਜਾਜ਼ਤ। ਫਿਰ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ। ਤਬ ਲਈ ਸਤਿ ਸ੍ਰੀ ਅਕਾਲ।